ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਠੀਕ ਹੈ, ਅੱਜ ਜਿਹੜਾ ਪੀਐਸਟੈਟ ਦਾ ਜਿਹੜਾ ਐਗਜ਼ਾਮ ਹੋ ਕੇ ਹਟਿਆ ਸੀਗਾ, ਠੀਕ ਹੈ, ਅਤੇ ਉਹਦੀਆਂ ਜਿਹੜੀਆਂ ਆਨਸਰ ਕੀਜ਼ ਨੇ, ਠੀਕ ਹੈ, ਉਹ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਇਹ ਜੋ ਆਨਸਰ ਕੀਜ਼ ਨੇ ਇਹ ਟੈਂਟੇਟਿਵ ਆਨਸਰ ਕੀਜ਼ ਨੇ, ਐਕਸਪੈਕਟਿਡ ਆਨਸਰ ਕੀਜ਼ ਨੇ ਜੋ ਕਿ ਸਾਨੂੰ ਲੱਗਦੀਆਂ ਨੇ, ਠੀਕ ਹੈ। ਪਰ ਫਿਰ ਵੀ ਮੈਂ ਜਿਵੇਂ ਮੈਂ ਪਹਿਲਾਂ ਵੀ ਵੀਡੀਓਜ਼ 'ਚ ਕਿਹਾ ਸੀਗਾ ਕਿ ਇਹਨਾਂ ਦੇ ਵਿੱਚ ਕੁਝ ਚੇਂਜਿਸ ਹੋ ਸਕਦੇ ਨੇ, ਠੀਕ ਹੈ। ਕਿਉਂਕਿ ਵਿੱਚੋਂ ਕੁਝ ਕੁਐਸਚਨਸ ਇੱਦਾਂ ਨੇ ਜੋ ਕਿ ਕਈ ਵਾਰ ਅਸੀਂ ਵੀ ਜਿਹੜੇ ਉਹ ਪਹਿਲੀ ਵਾਰ ਕੁਐਸਚਨਸ ਨਾਲ ਡੀਲ ਕੀਤਾ ਹੁੰਦਾ ਹੈ ਨਾ। ਸੋ ਉਹ ਉਹਨਾਂ ਨੇ ਪਤਾ ਨਹੀਂ ਜਿਹਨਾਂ ਨੇ ਪੇਪਰ ਪਾਇਆ ਉਹ ਕਿਸ ਬੇਸ ਤੋਂ ਪਾਇਆ ਹੈ ਨਾ। ਸੋ ਕਈ ਵਾਰ ਉਹਦੇ ਵਿੱਚ ਕਈ ਵਾਰ ਪ੍ਰੋਬਲਮ ਹੋ ਸਕਦੀ ਹੈ। ਸੋ ਇਹਨਾਂ ਕੁਐਸਚਨਸ ਵੀ ਕਿਤੇ ਕਿਤੇ ਇੱਦਾਂ ਆ ਕਿ ਦੋ ਆਪਸ਼ਨਾਂ ਲੱਗਦੀਆਂ ਪਈਆਂ ਸਹੀ ਹੈ ਨਾ। ਅਤੇ ਕਈ ਹੋਰ ਮੈਂ ਕਿਸੇ ਨਾਲ ਵੀ ਕੰਸਰਨ ਕੀਤਾ, ਉਹਨਾਂ ਦੇ ਅਕੋਰਡਿੰਗ ਕੋਈ ਹੋਰ ਹੈ। ਯੂਟਿਊਬ 'ਤੇ ਕਿਸੇ ਹੋਰ ਚੈਨਲਸ 'ਤੇ ਅਗਰ ਦੇਖੀਏ ਤਾਂ ਮੈਨੂੰ ਉਹ ਵੀ ਪੁੱਛ ਰਹੇ ਨੇ ਕਿ ਸਰ ਕਈ ਹੋਰ ਚੈਨਲ 'ਤੇ ਕੋਈ ਹੋਰ ਦੱਸ ਰਿਹਾ ਹੈ ਆਨਸਰ, ਇੱਕ ਹੋਰ ਚੈਨਲ 'ਤੇ ਕੋਈ ਦੂਸਰਾ ਆਨਸਰ ਦੱਸ ਰਿਹਾ ਹੈ ਨਾ। ਸੋ ਇੱਦਾਂ ਦੀ ਚੀਜ਼ ਇਹ ਮਤਲਬ ਇੱਦਾਂ ਕੋਈ ਪ੍ਰੋਬਲਮ ਨਹੀਂ ਹੈਗੀ। ਹੋ ਸਕਦਾ ਇੱਦਾਂ, ਆਪਾਂ ਨੂੰ ਕਲੀਅਰ ਉਦੋਂ ਹੀ ਹੋਣਾ ਜਦੋਂ ਸਾਨੂੰ ਜਿਹੜੀਆਂ ਓਫੀਸ਼ੀਅਲ ਜਿਹੜੀਆਂ ਆਨਸਰ ਕੀਜ਼ ਆਉਣਗੀਆਂ, ਠੀਕ ਹੈ। ਸੋ ਆਪਾਂ ਇੱਕ ਵਾਰ ਡਿਸਕਸ ਕਰ ਲੈਂਦੇ ਹਾਂ। ਇਹਦੇ ਨਾਲ ਤੁਹਾਨੂੰ ਇੱਕ ਓਵਰਵਿਊ ਮਿਲ ਜਾਊਗਾ, ਠੀਕ ਹੈ। ਤੁਹਾਨੂੰ ਇੱਕ ਇੰਨਾ ਪਤਾ ਲੱਗ ਜਾਊਗਾ ਹਾਂ ਵੀ ਸਾਡੇ ਕਿੰਨੇ ਕੁ ਨੰਬਰ ਬਣਦੇ ਨੇ, ਇੱਕ ਆਈਡੀਆ ਜਿਹਾ ਹੋ ਜਾਏਗਾ, ਠੀਕ ਹੈ। ਸੋ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ। ਜਿਵੇਂ ਕਿ ਤੁਹਾਨੂੰ ਪਤਾ ਹੀ ਜਿਹੜਾ ਪਹਿਲਾ ਸਾਨੂੰ ਪੈਸੇਜ ਆਇਆ ਸੀਗਾ, ਠੀਕ ਹੈ, ਅਤੇ ਇਹ ਮੈਂ ਦੱਸ ਦੇਵਾਂ ਕਿ ਇਹ ਜੋ ਆਪਾਂ ਕਰਨ ਲੱਗੇ ਹਾਂ, ਠੀਕ ਹੈ, ਇਹ ਵੀ ਸੈੱਟ ਜਿਹੜਾ ਆ ਉਹ ਬੀ ਹੈ, ਠੀਕ ਹੈ। ਸੋ ਚਾਈਲਡ ਮੈਰੀ ਵਾਲਾ ਜਿਹੜਾ ਪੈਸੇਜ ਆਇਆ ਸੀਗਾ ਈਜ਼ੀ ਪੈਸੇਜ ਸੀਗਾ, ਠੀਕ ਹੈ। ਸੋ ਆਪਾਂ ਜਲਦੀ ਸਿੱਧਾ ਕੁਐਸਚਨਸ ਦੇਖਦੇ ਹਾਂ ਆਪਾਂ, ਠੀਕ ਹੈ। ਪਹਿਲਾ ਕੁਐਸਚਨ ਸੀਗਾ ਕਿ ਡਿਟੇਰੀਓਰੇਟ, ਠੀਕ ਹੈ, ਇਹਦਾ ਜਿਹੜਾ ਆ ਐਂਟੋਨੀਅਮ ਕੀ ਆ, ਠੀਕ ਹੈ। ਸੋ ਜਿਹੜਾ ਇਹਦਾ ਐਂਟੋਨੀਅਮ ਸੀਗਾ ਉਹ ਕੀ ਸੀਗਾ ਜੀ, ਇੰਪਰੂਵ। ਡਿਟੋਰੀਏਟ ਮਤਲਬ ਹੁੰਦਾ ਆ ਕਿ ਮਤਲਬ ਜਿਵੇਂ ਇੱਥੇ ਵਰਡ ਆਇਆ ਸੀਗਾ ਕਿ ਉਹਦੀ ਸਿਹਤ ਜਿਹੜੀ ਆ ਕਾਫੀ ਖਰਾਬ ਹੋ ਰਹੀ ਆ, ਹੈ ਨਾ। ਬਿਗਿਨ ਟੂ ਡਿਟੋਰੀਏਟ, ਠੀਕ ਹੈ, ਡੈਲਾਈਨ ਕੀਤਾ ਹੋਇਆ ਅੰਡਰਲਾਈਨ। ਸੋ ਇਹਦਾ ਮਤਲਬ ਹੁੰਦਾ ਕਿ ਖਰਾਬ ਹੋ ਰਹੀ ਹੈ, ਮਤਲਬ ਬਹੁਤ ਜਲਦੀ। ਅਤੇ ਇਹਦਾ ਹੁਣ ਉਲਟਾ ਕੀ ਹੋਊਗਾ ਕਿ ਸਹੀ ਹੋ ਰਹੀ ਹੈ, ਇਹਦਾ ਮਤਲਬ ਇੰਪਰੂਵ, ਠੀਕ ਹੈ। ਸੋ ਅਗਲਾ ਕੁਐਸਚਨ ਸੀਗਾ ਕਿ ਐਜ਼ ਇਨ ਪੈਰਾਗ੍ਰਾਫ ਸੈਕਿੰਡ ਦਾ ਕੈਪਟੀਵੇਟਿਡ ਮੋਸਟ ਨੀਅਰਲੀ ਮੀਨਸ। ਸੋ ਇਹਦਾ ਆਨਸਰ ਸੀਗਾ ਜੀ ਬੀ, ਫੈਸੀਨੇਟਿਡ, ਠੀਕ ਹੈ। ਅਗਲਾ ਕੁਐਸਚਨ ਸੀ ਵਿਚ ਬੈਸਟ ਡਿਸਕ੍ਰਾਈਬ ਵਟ ਦਾ ਐਕਟ ਆਫ ਸਟੋਪਿੰਗ ਫॉर ਫਲਾਵਰ ਔਨ ਦਾ ਸਾਈਡ ਆਫ ਦਾ ਹਾਈਵੇ ਬਿਕੇਮ ਫॉर ਮੈਰੀ। ਸੋ ਇਹ ਜਿਹੜੇ ਇਹਦਾ ਆਨਸਰ ਆ ਬੀ ਆਪਸ਼ਨ ਆ, ਇਹ ਰਿਚੁਅਲ, ਠੀਕ ਹੈ। ਰਿਚੁਅਲ ਮਤਲਬ ਕੀ ਹੁੰਦਾ ਕਿ ਕੋਈ ਰਿਵਾਜ, ਠੀਕ ਹੈ। ਅਗਰ ਮੰਨ ਲਓ ਕਿਸੇ ਦੀ ਕੋਈ ਡੈਥ ਹੋ ਜਾਂਦੀ ਹੈ, ਜਿਵੇਂ ਆਪਾਂ ਰਿਚੁਅਲਸ ਕਰਦੇ ਹਾਂ, ਸੋ ਉਹਨੂੰ ਇੱਦਾਂ ਲੱਗ ਰਿਹਾ ਸੀਗਾ ਕਿ ਉਹ ਰੁਕੀ ਆ, ਫਲਾਵਰਸ ਲਿੱਤੇ ਆ ਸਾਈਡਸ ਤੋਂ ਮੈਂ, ਹੈ ਨਾ। ਅਤੇ ਇਹ ਮਤਲਬ ਇੱਕ ਪੂਰਾ ਜਿਹੜਾ ਸੀਨ ਆ ਇਹ ਇੱਦਾਂ ਡਿਸਕਰਾਈਬ ਕਰੇ ਕਿ ਇੱਕ ਰਿਚੁਅਲ ਆ, ਉਹ ਇੱਕ ਰੀਤੀ ਰਿਵਾਜ ਕਰ ਰਹੀ ਆ, ਹੈ ਨਾ, ਪੂਰਾ ਕਰ ਰਹੀ ਆ। ਪੰਜਵੇਂ ਪੈਰੇ ਦੇ ਵਿੱਚ ਅਗਲਾ ਕੁਐਸਚਨ ਆ ਕਿ ਇਨ 5th ਪੈਰਾਗ੍ਰਾਫ ਵਿਚ ਇਜ਼ ਦਾ ਬੈਸਟ ਐਂਟੋਨੀਅਮ ਫॉर ਲਿਊਸਿਡ, ਠੀਕ ਹੈ। ਲਿਊਸਿਡ ਦਾ ਮਤਲਬ ਦੇਖੋ ਜਿਹੜਾ ਆ ਉਹਦਾ ਇੱਥੇ ਐਂਟੋਨੀਅਮ ਵਰਡ ਆ ਜਿਹੜਾ ਉਹ ਆ ਜੀ ਕਨਫਿਊਜ਼ਡ। ਸੀ ਆਪਸ਼ਨ ਜਿਹੜਾ ਬਿਲਕੁਲ ਸਹੀ ਹੈ। ਤੁਸੀਂ ਪੈਰੇ ਦੇ ਵਿੱਚ ਅਗਰ ਇੱਥੇ ਦੇਖ ਸਕਦੇ ਇੱਥੇ ਲਿਊਸਿਡ ਆ ਦੇਖੋ, ਇੱਥੇ ਆਨਸਰ 'ਚ ਆਇਆ ਕਿ ਫॉर ਅ ਮੂਮੈਂਟ ਹਰ ਗ੍ਰੈਂਡ ਮਦਰ ਸੀਮਡ ਮੋਰ ਲਿਊਸਿਡ ਦੈਨ ਯੂਜ਼ਲ, ਠੀਕ ਹੈ। ਮਤਲਬ ਉਹ ਥੋੜ੍ਹੇ ਚੰਗੇ ਲੱਗ ਰਹੇ ਸੀਗੇ, ਠੀਕ ਲੱਗ ਰਹੇ ਸੀਗੇ, ਹੈ ਨਾ। ਮਤਲਬ ਚਿਹਰੇ 'ਤੇ ਉਹਨਾਂ ਦੀ ਖੁਸ਼ੀ ਸੀਗੀ, ਹੈ ਨਾ ਇੱਕ। ਅਤੇ ਉਹਦਾ ਉਲਟ ਕੀ ਹੋ ਗਿਆ ਕਿ ਉਹ ਕਨਫਿਊਜ਼ਡ ਸੀਗੇ, ਠੀਕ ਹੈ। ਵਟ ਡੂ ਯੂ ਅਗਲਾ ਕੁਐਸਚਨ ਹੈ ਜੀ ਵਟ ਡੂ ਫਲਾਵਰ ਕਮ ਟੂ ਸਿਗਨੀਫਾਈ ਫॉर ਮੈਰੀ। ਜਿਹੜੇ ਫਲਾਵਰਸ ਆ ਸਿਗਨੀਫਾਈ ਫॉर ਮੈਰੀ, ਉਹ ਕੀ ਮਤਲਬ ਇੱਕ ਕਹਿ ਲਓ ਮੈਸੇਜ ਜਾਂ ਉਹ ਕੀ ਕਨਵੇ ਕਰਨਾ ਚਾਹ ਰਹੇ ਸੀਗੇ, ਠੀਕ ਹੈ, ਫਲਾਵਰਸ। ਸੋ ਉਹ ਕੀ ਸੀਗਾ, ਆਪਸ਼ਨ ਸੀ ਬਿਲਕੁਲ ਸਹੀ ਹੈ ਕਿ ਅ ਫਾਈਨਲ ਚਾਂਸ ਟੂ ਕਨੈਕਟ ਵਿਦ ਹਰ ਗ੍ਰੈਂਡ ਮਦਰ। ਉਹ ਮਤਲਬ ਫੁੱਲਾਂ ਦੇ ਜ਼ਰੀਏ ਇੱਦਾਂ ਆ ਕਿ ਉਹ ਬਣਿਆ ਸੀਨ ਕਿ ਕਨੈਕਟ ਕਰ ਲਿਆ ਉਹਨੇ ਆਪਣੀ ਗ੍ਰੈਂਡ ਮਦਰ ਦੇ ਨਾਲ। ਅਗਲਾ ਕੁਐਸਚਨ ਆ ਜੀ ਇਟ ਵਾਜ਼ ਚਾਈਲਡ chilly morning in late October when Mary got the call the word chilly in the sentence। ਦੇਖੋ ਅਗਰ ਇਸ ਸੈਂਟੈਂਸ ਇੱਦਾਂ ਹੁੰਦਾ ਕਿ ਇਟ ਵਾਜ਼ ਅ ਮੋਰਨਿੰਗ, ਇਟ ਵਾਜ਼ ਅ ਸਿੰਪਲ ਮੋਰਨਿੰਗ, ਬਟ ਇਟ ਵਾਜ਼ ਅ ਚਿਲੀ ਮੋਰਨਿੰਗ। ਸੋ ਚਿਲੀ ਕੀ ਹੋ ਗਿਆ, ਮੋਰਨਿੰਗ ਦੀ ਇੱਕ ਵਿਸ਼ੇਸ਼ਤਾ ਉਹਨੇ ਦੱਸਦੀ ਹੈ। ਸੋ ਇਹਦਾ ਆਨਸਰ ਕੀ ਆ, ਐਡਜੈਕਟਿਵ, ਸੀ ਬਿਲਕੁਲ ਸਹੀ ਜਵਾਬ ਆ। ਅਗਲਾ ਕੁਐਸਚਨ ਹੈ ਕਿ ਈਚ ਟਾਈਮ ਮੈਰੀ ਪਲੇਸ ਦਾ ਫਲਾਵਰ ਇਨ ਪਿਕਚਰ ਹਰ ਗ੍ਰੈਂਡ ਮਦਰ ਆਈਜ਼ ਵੁੱਡ ਲਾਈਟ ਅਪ।
ठीक है। सो इन्होंने वर्ड लाइट अप पूछा है कि वो हैज़ बीन यूज्ड एज, सो यूज्ड एज फ्रेजल वर्ब, ठीक है जी। A 68 question are based on things Mary and her grandmother did when she was a child. It can be understood that Mary's grandmother, so चार options ਦਿੱਤੀਆਂ ਨੇ, was an exceptionally strong swimmer, had variety of colorful kite, enjoyed spending time outdoor ਜਾਂ lived in a cold and windy area, ठीक है। सो ਇਹਦਾ C ਆਨਸਰ ਬਿਲਕੁਲ ਸਹੀ ਹੈ, spending time outdoor। अगला क्वेश्चन है जी, मिसेस ज्योतिका reintroduce previously talk vocabulary and structures whenever logical or possible in her classroom. Which approach in Mrs. Jyotika using multiple line of approach, situational, structural approach ਜਾਂ spiral। ਦੇਖੋ ਇਹ ਕੁਐਸਚਨ ਦੇ ਵਿੱਚ ਹੁਣ ਮੈਂ ਦੇਖਿਆ ਆ, ਵੈਸੇ ਤਾਂ ਅਗਰ ਦੇਖਿਆ ਜਾਵੇ ਤਾਂ ਇਹਦਾ ਡੀ ਆਪਸ਼ਨ ਸਪਾਇਰਲ ਅਪਰੋਚ ਆ, ਪਰ ਇਹਦਾ ਕਈ ਜਣੇ ਜਿਹੜਾ ਆ ਉਹ ਸੀ ਆਪਸ਼ਨ ਵੀ ਜਿਹੜਾ ਉਹ ਦੱਸ ਰਿਹਾ ਸਟਰਕਚਰਲ ਅਪਰੋਚ, ਠੀਕ ਹੈ, ਅਤੇ ਸਪਾਇਰਲ। ਹੁਣ ਦੇਖੋ ਸਟਰਕਚਰ 'ਚ ਵੀ ਆਪਾਂ ਕਹਿ ਸਕਦੇ ਹਾਂ ਕਿ ਇੱਕ ਪੂਰਾ ਸਟਰਕਚਰ ਬਣਾਇਆ ਜਾਂਦਾ ਕਿ ਕਿਵੇਂ ਪ੍ਰੀਵੀਅਸਲੀ ਟਾਕ ਕਰਨਾ, ਫਿਰ ਅੱਗੇ ਅਸੀਂ ਕਿੱਦਾਂ ਜਾਣਾ, ਠੀਕ ਹੈ, ਇੱਕ ਸਟਰਕਚਰ ਬਣਾਇਆ ਜਾਂਦਾ। ਹੁਣ ਸਪਾਇਰਲ ਦੇ ਵਿੱਚ ਵੀ ਇੱਕ ਬੱਚੇ ਦੀ ਪ੍ਰੈਕਟਿਸ ਕਰਾਉਣੀ ਹੁੰਦੀ ਆ, ਰਿਪੀਟਡ ਕਰਾਉਣਾ ਹੁੰਦਾ। ਹੁਣ ਰਿਪੀਟਡ 'ਚ ਵੀ ਪ੍ਰੀਵੀਅਸ ਆਉਂਦੀ ਆ। ਸੋ ਇਹਨਾਂ ਦੋਨੋਂ ਕੁਐਸਚਨਸ 'ਚ ਆਪਾਂ ਇਹਦੇ ਹਾਲੇ ਆਪਸ਼ਨ ਸਾਨੂੰ ਕਲੀਅਰ ਨਹੀਂ ਹੈਗੇ, ਸੋ ਇਹਨੂੰ ਆਪਾਂ ਫਿਲਹਾਲ ਲਈ ਇਹਨੂੰ ਆਪਾਂ ਇੱਦਾਂ ਹੀ ਛੱਡ ਦਿੰਦੇ ਹਾਂ, ਠੀਕ ਹੈ। ਔਰਲ, ਅਗਲਾ ਕੁਐਸਚਨ ਦੇ 70, ਔਰਲ ਟੀਚਿੰਗ ਪ੍ਰੋਸੀਡਸ ਐਨੀ ਫਾਰਮ ਆਫ ਰੀਡਿੰਗ ਐਂਡ ਰਾਈਟਿੰਗ, ਦਿਸ ਇਜ਼ ਅਸੈਂਸ਼ੀਅਲ ਫੀਚਰ ਆਫ ਵਿਚ ਆਫ ਦਾ ਫੋਲੋਇੰਗ ਮੈਥਡ। ਸੋ ਔਰਲ ਜਿਹੜਾ ਟੀਚਿੰਗ ਆ, ਠੀਕ ਹੈ, ਮਤਲਬ ਅਤੇ ਬਿਲਕੁਲ ਆਮੋ ਸਾਹਮਣੇ ਹੁੰਦਾ ਆ, ਸੋ ਡਾਇਰੈਕਟ ਮੈਥਡ ਇਹਦਾ ਬਿਲਕੁਲ ਸਹੀ ਜਵਾਬ ਆ। ਅਗਲਾ ਜੀ, ਦ ਕਰੈਕਟਰਿਸਟਿਕਸ ਆਫ ਅਸੈਪਟਿਡ ਟੀਚਿੰਗ ਮੋਡਲਸ ਆਫ ਇੰਗਲਿਸ਼। ਸੋ ਇਹ ਦੇਖੋ ਇਹ ਕੁਐਸਚਨ ਜਿਹੜਾ ਆ ਕਾਫੀ ਮਤਲਬ ਪਹਿਲੀ ਵਾਰੀ ਇਸ ਟਾਈਪ ਦਾ ਕੁਐਸਚਨ ਆਇਆ ਜੋ ਦੇਖਣ ਨੂੰ ਮਿਲਿਆ। ਸੋ ਇਹਦਾ ਜਿਹੜਾ ਬੀ ਬਿਲਕੁਲ ਸਹੀ ਲੱਗ ਰਿਹਾ ਜੀ, ਲਰਨਬਿਲਿਟੀ, ਇੰਟੈਲੀਜੀਬਿਲਿਟੀ ਐਂਡ ਸੋਸ਼ਲ ਅਸੈਪਟੇਬਿਲਿਟੀ, ਠੀਕ ਹੈ। ਸੋ ਅਗਲਾ ਕੁਐਸਚਨ ਆ ਜੀ, ਵਿਚ ਆਫ ਦ ਫੋਲੋਇੰਗ ਇਜ਼ ਨਾਟ ਅ ਮੂਵੇਬਲ ਔਰਗਨ ਆਫ ਸਪੀਚ। ਨਾਟ ਮੂਵੇਬਲ, ਦੇਖੋ ਲਿਪਸ ਵੀ ਮੂਵੇਬਲ ਆ, ਯੂਵੁਲਾ ਵੀ ਔਰ ਲੋਅਰ ਜਾ ਵੀ, ਜੋ ਮੂਵੇਬਲ ਨਹੀਂ ਹੈ ਉਹ ਹੈ ਨੈਸਲ ਕੈਵਿਟੀ। ਸਹੀ ਜਵਾਬ ਬੀ ਆਪਸ਼ਨ। ਅਗਲਾ ਹੈ ਜੀ, ਦ ਸਿਸਟਮ ਆਫ ਪੈਟਰਨ ਆਫ ਅਰੇਂਜਮੈਂਟ ਆਫ, ਠੀਕ ਹੈ, ਜਿੱਥੇ ਹੁਣ ਪੈਟਰਨ ਦੀ ਗੱਲ ਆਵੇ, ਠੀਕ ਹੈ, ਔਰ ਸਿਸਟਮ ਦੀ ਗੱਲ ਆਵੇ ਤਾਂ ਉੱਥੇ ਆਪਾਂ ਕਿਹਦੀ ਗੱਲ ਕਰਦੇ ਹੁੰਦੇ ਹਾਂ, ਆਪਾਂ ਸਿੰਟੈਕਸ ਦੀ ਗੱਲ ਕਰਦੇ ਹਾਂ, ਠੀਕ ਹੈ। ਸਮੈਂਟਿਕਸ ਹੁੰਦਾ ਕਿ ਸਮੋਲੈਸਟ ਯੂਨਿਟ ਆਫ ਮੀਨਿੰਗ, ਸਿੰਟੈਕਸ ਹੁੰਦਾ ਰੂਲਸ ਔਰ ਪੈਟਰਨ, ਠੀਕ ਹੈ। ਇਹ ਆਪਾਂ ਬਕਾਇਦਾ ਜਿਹੜੀ ਵੀਡੀਓ ਆਪਾਂ ਪੈਡਾਗੋਜੀ ਦੀ ਕੀਤੀ ਆਪਾਂ ਉਹਦੇ ਵਿੱਚ ਇਹ ਕੁਐਸਚਨ ਕੀਤੇ ਹੋਏ ਆ। Miss Namita is concerned about indistinct and shabby handwriting of some student in her class. Which of the following should Namita use to help the student? ਸੋ ਉਹਨੂੰ ਕੀ ਹੈਲਪ ਕਰਨੀ ਚਾਹੀਦੀ ਆ ਕਿ ਮੋਟੀਵੇਟ ਕਰਨਾ ਚਾਹੀਦਾ ਬੱਚਿਆਂ ਨੂੰ, ਰਿਵਾਰਡ ਦੇਣਾ ਚਾਹੀਦਾ ਜਾਂ ਐਕਸਟਰਾ ਕਲਾਸਿਸ ਲਈ ਜਾਂ ਯੂਜ਼ ਟਰਾਂਸਕ੍ਰਿਪਸ਼ਨ ਬੁੱਕ। ਸੋ ਸੀ ਆਪਸ਼ਨ ਬਿਲਕੁਲ ਸਹੀ ਆ। The bulk of English vocabulary items can be classified into 4 distinct group of words. Select the correct out of following. ਦੇਖੋ ਇਹ ਵੀ ਕੁਐਸਚਨ ਜਿਹੜਾ ਪਹਿਲੀ ਵਾਰੀ ਆਇਆ, ਪਰ ਅਗਰ ਇਹਦੇ ਵਿੱਚ ਅਸੀਂ ਦੇਖਿਆ ਜਾਵੇ ਤਾਂ ਦੇਖੋ ਡਿਸਟਰੀਬਿਊਟਿਵ ਵਰਡਸ ਆਪਾਂ ਕਦੀ ਨਹੀਂ ਸੁਣਦੇ ਹੈਗੇ ਕਿ ਆਪਾਂ ਫੰਕਸ਼ਨ ਵਰਡ ਪਤਾ ਆਪਾਂ ਨੂੰ, ਸਬਸਟੀਟਿਊਟ ਵਰਡ ਪਤਾ, ਕੰਟੈਂਟ ਵਰਡ ਪਤਾ, ਪਰ ਡਿਸਟਰੀਬਿਊਟਿਵ ਵਰਡਸ ਜਿਹੜੇ ਆ ਉਹ ਆਪਾਂ ਬਹੁਤ ਘੱਟ ਸੁਣੇ ਆ, ਮਤਲਬ ਸੁਣਿਆ ਹੀ ਨਹੀਂ ਹੈਗਾ ਆਪਾਂ ਕਹਿ ਸਕਦੇ ਹਾਂ। ਸੋ ਉਹਦੇ ਅਕੋਰਡਿੰਗ ਦੇਖੋ ਇਹਦੇ ਵਿੱਚ ਵੀ ਡਿਸਟਰੀਬਿਊਟਿਡ ਆ ਔਰ ਇਹਦੇ ਵਿੱਚ ਵੀ ਡਿਸਟਰੀਬਿਊਟਿਡ ਆ। ਸੋ ਇਹਨਾਂ ਤਿੰਨਾਂ ਆਪਸ਼ਨਾਂ ਨੂੰ ਅਗਰ ਅਸੀਂ ਛੱਡ ਦਿੱਤਾ, ਇਹ ਆਪਸ਼ਨ ਜਿਹੜੀ ਬਿਲਕੁਲ ਸਹੀ ਜਿਹੜੀ ਆ ਉਹ ਬਣਦੀ ਹੈ, ਠੀਕ ਹੈ। ਸੋ ਆਪਾਂ ਇਹਨੂੰ 50-50% ਅਸੀਂ ਰੱਖ ਸਕਦੇ ਹਾਂ, ਪਰ ਕਾਫੀ ਹੱਦ ਤੱਕ ਜਿਹੜਾ ਆ ਇਹ ਆਪਸ਼ਨ ਹੀ ਬਿਲਕੁਲ ਸਹੀ ਬਣ ਰਹੀ, ਠੀਕ ਹੈ। 76 Mr. Rao insists that the grammar in operation should be taught to the learner in a language class. Which type of grammar is being referred to in the above statement? ਸੋ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਜੀ ਫੰਕਸ਼ਨਲ ਗ੍ਰਾਮਰ, ਠੀਕ ਹੈ। ਫੰਕਸ਼ਨਲ ਗ੍ਰਾਮਰ ਜਿਹੜਾ ਆ ਇਹਦਾ ਸਹੀ ਜਵਾਬ ਹੈ। ਯਕੀਨਨ ਤੁਸੀਂ ਅਗਰ ਕੋਈ ਹੋਰ ਵੀਡੀਓ ਦੇਖੀ ਹੋਵੇਗੀ ਉੱਥੇ ਹੋਰ ਵੀ ਕੋਈ ਆਪਸ਼ਨ ਜਿਹੜੇ ਆ ਕਈ ਦੱਸਦੇ ਨੇ, ਠੀਕ ਹੈ। ਇੰਟੀਗ੍ਰੇਟਿਵ ਗ੍ਰਾਮਰ ਕਿਸੇ ਨੇ ਕਿਹਾ ਹੋਇਆ ਹੈ, ਹੈ ਨਾ। ਅਤੇ ਸੋ
ਕੁਝ ਕੁਐਸਚਨਸ ਇੱਦਾਂ ਨੇ 3-4 ਜਿਨ੍ਹਾਂ ਦੇ ਵਿੱਚ ਜਿੱਦਾਂ 2-2 3-3 ਅਲੱਗ-ਅਲੱਗ ਜਿਹੜੇ ਹਰੇਕ ਕੋਈ ਦੱਸ ਰਿਹਾ ਹੈ ਨਾ। ਸੋ ਇਹ ਆਪਾਂ ਨੂੰ ਐਗਜ਼ੈਕਟ ਜਿਹੜਾ ਆ ਉਹ ਆਪਾਂ ਨੂੰ ਜਿਹੜੀਆਂ ਪਹਿਲਾਂ ਟੈਂਟੇਟਿਵ ਜਿਹੜੀਆਂ ਆਨਸਰ ਕੀਜ਼ ਆਉਣਗੀਆਂ ਓਫੀਸ਼ੀਅਲ, ਉਹਦੇ ਤੋਂ ਸਾਨੂੰ ਪਤਾ ਲੱਗੇਗਾ। ਠੀਕ ਹੈ। ਇਫ ਅ ਲਰਨਰ ਮੇਕ ਮਿਸਟੇਕ ਐਂਡ ਕਰੈਕਟ ਹਿਮਸੈਲਫ ਵਟ ਟਾਈਪ ਆਫ ਐਰਰ ਡਜ਼ ਅ ਲਰਨਰ ਮੇਕ। ਦੇਖੋ ਇੱਕ ਲਰਨਰ ਆ ਜੋ ਲਰਨ ਕਰ ਰਿਹਾ ਆ, ਉਹਨੇ ਮਿਸਟੇਕ ਕੀਤੀ, ਉਸ ਤੋਂ ਬਾਅਦ ਉਹਨੂੰ ਕਰੈਕਟ ਕਰ ਲਿਆ, ਮਤਲਬ ਬਾਅਦ ਵਿੱਚੋਂ ਕਰੈਕਟ ਕਰੇਗਾ, ਪਹਿਲਾਂ ਉਹ ਮਿਸਟੇਕ ਕਰੇਗਾ। ਸੋ ਉਹਦੇ ਅਕੋਰਡਿੰਗ ਅਗਰ ਦੇਖਿਆ ਜਾਵੇ ਤਾਂ ਸੀ ਆਪਸ਼ਨ ਬਿਲਕੁਲ ਸਹੀ ਆ ਕਿ ਪੋਸਟ, ਜਿਵੇਂ ਪੋਸਟ ਤੋਂ ਪਤਾ ਲੱਗ ਰਿਹਾ ਪੋਸਟ ਸਿਸਟਮੈਟਿਕ ਐਰਰ, ਕਿ ਪਹਿਲਾਂ ਬੰਦੇ ਕੋਲ ਗਲਤੀ ਹੋਈ, ਉਸ ਤੋਂ ਬਾਅਦ ਉਹਨੇ ਬਾਅਦ ਦੇ ਵਿੱਚ ਉਹਨੇ ਸਿਸਟਮੈਟਿਕ ਉਹਨੂੰ ਐਰਰਸ ਨੂੰ ਐਨਾਲਾਈਜ਼ ਕੀਤਾ, ਉਹਨੂੰ ਸੋਲਵ ਕੀਤਾ। Which strategy of processing does the listener use when he depends on the received information to understand the meaning? ਠੀਕ ਹੈ। ਸੋ ਇਹਦਾ ਜਿਹੜਾ ਆਨਸਰ ਆ ਉਹ ਕੀ ਆ ਦੇਖੋ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਰਿਸੀਵਡ ਇਨਫੋਰਮੇਸ਼ਨ, ਡਿਪੈਂਡ ਕਿਤੇ ਕਰਦੇ ਆ ਰਿਸੀਵਡ ਇਨਫੋਰਮੇਸ਼ਨ, ਕਿ ਜੋ ਆਪਾਂ ਪਹਿਲਾਂ ਹੀ ਰਿਸੀਵਡ ਕੀਤੀ ਹੋਈ ਆ, ਟੂ ਅੰਡਰਸਟੈਂਡ ਦਾ ਮੀਨਿੰਗ, ਫਿਰ ਆਪਾਂ ਮੀਨਿੰਗ ਨੂੰ ਅੰਡਰਸਟੈਂਡ ਕਰਨਾ ਆ। ਠੀਕ ਹੈ। ਸੋ ਦੇਖੋ ਅਗਰ ਇਸ ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਇਹ ਆਪਾਂ ਇਹਨੂੰ ਡਿਡਕਟਿਵ ਮੈਥਡ 'ਚ ਵੀ ਕਹਿ ਸਕਦੇ ਹਾਂ ਕਿ ਜਰਨਲ ਟੂ ਸਪੈਸੀਫਿਕ। ਠੀਕ ਹੈ। ਅਤੇ ਪਰ ਇੱਥੇ ਹੁਣ ਕਈ ਆਪਸ਼ਨਸ ਨੇ। ਠੀਕ ਹੈ। ਇੱਥੇ ਮੈਨੂੰ ਟੋਪ ਡਾਊਨ ਪ੍ਰੋਸੈਸਿੰਗ ਲੱਗਦੀ ਹੈ ਨਾ, ਪਰ ਕਈਆਂ ਨੇ ਜਿਹੜਾ ਆ ਉਹ ਬੋਟਮ ਅਪ ਪ੍ਰੋਸੈਸਿੰਗ ਵੀ ਜਿਹੜਾ ਇਹਦੀ ਆਪਸ਼ਨ ਕਹੀ ਹੋਈ ਹੈ। ਸੋ ਇਹਦੇ ਵਿੱਚ ਵੀ ਥੋੜ੍ਹੀ ਜਿਹੀ ਜਿਹੜੀ ਪ੍ਰੋਬਲਮ ਉਹ ਲੱਗ ਰਹੀ ਹੈ। ਠੀਕ ਹੈ। ਸੋ ਤੁਸੀਂ ਇਸ ਨੂੰ ਵੀ ਹਲੇ ਪ੍ਰੋਪਰ ਜਿਹੜਾ ਹੈ ਤੁਸੀਂ ਇਹਨੂੰ ਨਾ ਮੰਨ ਕੇ ਚੱਲੋ। ਠੀਕ ਹੈ। ਮਤਲਬ ਇਹਦੇ ਵਿੱਚ ਕੁਛ ਵੀ ਹੋ ਸਕਦਾ ਹੈ, ਸਹੀ ਵੀ ਦੋਨੋਂ 'ਚੋਂ ਇੱਕ ਵੀ ਸਹੀ ਹੋ ਸਕਦਾ, ਦੋਨੋਂ ਵੀ ਸਹੀ ਹੋ ਸਕਦੇ ਨੇ। ਠੀਕ ਹੈ। 79 ਵਾਈ ਮਲਟੀਲਿੰਗੁਅਲਿਜ਼ਮ ਇਜ਼ ਵਿਊਡ ਐਜ਼ ਅ ਪਾਵਰਫੁਲ ਟੂਲ ਇਨ ਲੈਂਗੁਏਜ ਕਲਾਸਰੂਮ। ਠੀਕ ਹੈ। ਸੋ 4 ਆਪਸ਼ਨ ਦਿੱਤੀਆਂ ਨੇ। ਜੋ ਬੈਸਟ ਆਪਸ਼ਨ ਆ ਉਹ ਹੈ ਮਲਟੀਲਿੰਗੁਅਲਿਜ਼ਮ ਨਾਲ ਕੀ ਹੁੰਦਾ ਆ ਕਿ ਇਹ ਲਰਨਰ ਨੂੰ ਅਨੇਬਲ ਕਰਦਾ ਟੂ ਇੰਟਰੈਕਟ ਵਿਦ ਕ੍ਰੋਸ ਸੈਕਸ਼ਨ ਆਫ ਪੀਪਲ ਆਫ ਵੇਰੀਅਸ ਲਿੰਗੁਇਸਟਿਕ ਗਰੁੱਪ। ਠੀਕ ਹੈ। ਜ਼ਿਆਦਾ ਤੋਂ ਜ਼ਿਆਦਾ ਉਹਨਾਂ ਨਾਲ ਇੰਟਰੈਕਟ ਕਰਦਾ। ਇਨ ਵਿਚ ਆਫ ਦ ਫੋਲੋਇੰਗ ਲੈਂਗੁਏਜ ਇਜ਼ ਕੰਸੀਡਰ ਐਜ਼ ਅ ਕੋਗਨੀਟਿਵ ਹੋਲ ਵੇਅਰ ਕੰਟੈਕਸਟ ਇਜ਼ ਇੰਪੋਰਟੈਂਟ ਐਂਡ ਮੀਨਿੰਗ ਇਜ਼ ਮੋਰ ਇੰਪੋਰਟੈਂਟ ਦੈਨ ਦੈਟ। ਠੀਕ ਹੈ। ਸੋ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਆਪਸ਼ਨ ਨੰਬਰ B, ਕੰਟੈਕਸਟ ਅਪਰੋਚ ਟੈਸਟਿੰਗ। ਅਗਲਾ ਕੁਐਸਚਨ ਹੈ ਬਿਫੋਰ ਪਲੈਨਿੰਗ ਰੈਮੀਡੀਅਲ ਟੀਚਿੰਗ the teacher wants to understand the difference between the student's actual behavior and his expected behavior. What kind of text? So diagnostic. 82ਵਾਂ question ਹੈ what should be done to the text about test of the ability for natural communication in real life situation. So real life situations ਜਿਹੜੀ ਆਪਾਂ ਹੁੰਦੀਆਂ ਨੇ, ਠੀਕ ਹੈ, ਉਹਦੇ ਵਿੱਚ ਮਤਲਬ ਕਿਵੇਂ ਅਸੀਂ ਨੈਚੁਰਲੀ ਕਰ ਸਕਦੇ ਹਾਂ ਆਪਾਂ, ਤਾਂ ਮੇਕ ਸਟੂਡੈਂਟ ਪਾਰਟੀਸਪੇਟ ਇਨ ਅ ਰੋਲ ਪਲੇ। ਠੀਕ ਹੈ। ਕਈ ਜਣੇ ਮੈਨੂੰ ਪਤਾ ਹੁਣ B ਆਪਸ਼ਨ ਵੀ ਕਈਆਂ ਨੇ ਕੀਤੀ ਹੋਊਗੀ ਅਤੇ ਉਹਨਾਂ ਨੂੰ ਲੱਗਦੀ ਵੀ ਹੋਊਗੀ ਗਰੁੱਪ ਡਿਸਕਸ਼ਨ ਦੇ ਵਿੱਚ ਵੀ ਅਸੀਂ ਕੀ ਕਰ ਸਕਦੇ ਹਾਂ, ਪਰ ਇੱਥੇ ਇਹਨਾਂ ਨੇ ਰੀਅਲ ਲਾਈਫ ਜਿਹੜਾ ਸਿਚੁਏਸ਼ਨ ਕਿਹਾ ਹੈ ਨਾ, ਤਾਂ ਉਹਨੂੰ ਸਮਝਣ ਲਈ ਅਸੀਂ ਸ਼ਾਇਦ ਸਟੂਡੈਂਟਸ ਨੂੰ ਅਗਰ ਪਾਰਟੀਸਪੇਟ ਕਰਾਵਾਂਗੇ ਰੋਲ ਪਲੇ ਦੇ ਵਿੱਚ, ਉਹ ਖੁਦ ਇੱਕ ਸਿਚੁਏਸ਼ਨ ਦੇ ਵਿੱਚ ਕਰਨਗੇ ਤਾਂ ਉਹ ਬੈਟਰ ਉਹਨੂੰ ਸਮਝ ਸਕਣਗੇ। ਠੀਕ ਹੈ। ਵਿਚ ਟਾਈਪ ਆਫ ਰੀਡਿੰਗ ਸ਼ੁੱਡ ਬੀ ਇਨਕਰੇਜਡ ਫॉर ਇਸਟੈਬਲਿਸ਼ ਕਲਚਰਲ ਕੰਟੈਕਟ ਵਿਦ ਗ੍ਰੇਟ ਮਾਈਂਡ ਐਂਡ ਟੂ ਐਨਲਾਰਜਡ ਪੀਪਲ। ਸੋ ਇਹਦਾ ਸਹੀ ਜਵਾਬ ਜਿਹੜਾ ਉਹ ਹੈ ਜੀ ਇੰਟੈਂਸਿਵ ਲਰਨਿੰਗ, ਇੰਟੈਂਸਿਵ ਰੀਡਿੰਗ, ਇਹ ਆਪਸ਼ਨ। ਇਹ ਤੋਂ ਬਾਅਦ ਦੇਖੋ ਫਿਰ ਪੈਰਾ ਸੀਗਾ। ਠੀਕ ਹੈ। ਪੈਰਾ ਈਜ਼ੀ ਸੀਗਾ, ਸੌਫਟ ਵੁੱਡ ਅਤੇ ਹਾਰਡ ਵੁੱਡਸ ਦਾ। ਠੀਕ ਹੈ। ਸੋ ਇਹਦੇ ਵਿੱਚ ਜਿਹੜਾ ਪਹਿਲਾ ਕੁਐਸਚਨ ਸੀਗਾ ਕਿ ਵਟ ਵਰਡ ਇਨ ਦਾ ਪੈਰਾਗ੍ਰਾਫ ਇਜ਼ ਐਂਟੋਨੀਅਮ ਆਫ ਗ੍ਰੀਨ ਹੌਰਨ। ਗ੍ਰੀਨ ਹੌਰਨ ਮਤਲਬ ਕੀ ਹੁੰਦਾ ਆ, ਉਹਦਾ ਐਂਟੋਨੀਅਮ ਕੀ ਹੈ ਜਿਹੜਾ ਆ ਐਕਸਪੀਰੀਅੰਸਡ। ਠੀਕ ਹੈ। ਐਕਸਪੀਰੀਅੰਸ ਜਿਹੜਾ ਇਹਦਾ ਆਨਸਰ ਹੈ ਬਿਲਕੁਲ ਸਹੀ ਹੈ। ਅਗਲਾ ਕੁਐਸਚਨ ਹੈ ਜੀ ਅਕੋਰਡਿੰਗ ਟੂ ਆਥਰ ਸੌਫਟ ਵੁੱਡਸ ਆਰ ਈਜ਼ੀ ਟੂ ਸਪਲਿਟ ਪ੍ਰੋਡਿਊਸ ਅ ਵੰਡਰਫੁਲ ਅਰੋਮਾ ਜਾਂ ਬਰਨ ਫਾਸਟ। ਸੋ ਇਹਦਾ ਆਪਸ਼ਨ D ਬਿਲਕੁਲ ਸਹੀ ਸੀ। ਤਿੰਨੋਂ ਜਿਹੜੀਆਂ ਇਹ ਪੁਆਇੰਟ ਸਹੀ ਨੇ ਬਿਲਕੁਲ। ਸੋ D ਆਪਸ਼ਨ। ਸੌਫਟ ਵੁੱਡ ਬਰਨ ਕੁਇਕਲੀ, ਦਾ ਵਰਡ ਕੁਇਕਲੀ ਇਨ ਦਾ ਸੈਂਟੈਂਸ ਹੈਜ਼ ਬੀਨ ਯੂਜ਼ਡ ਐਜ਼। ਠੀਕ ਹੈ। ਸੋ ਕੁਇਕਲੀ ਜਿਵੇਂ ਤੁਹਾਨੂੰ ਪਤਾ ਹੀ ਹੈ LY ਜਿਹਨਾਂ ਨਾਲ ਲੱਗਦਾ ਹੈ ਕਿ ਹੀ ਸਪੀਕਸ
ਲਾਊਡਲੀ, ਠੀਕ ਹੈ, ਹੀ ਵਾਕ ਸਲੋਲੀ। ਸੋ ਇਹ ਸਾਰੇ ਜਿਹੜੇ ਐਡਵਰਬਸ ਹੁੰਦੇ ਨੇ, ਇਹ ਆਪਸ਼ਨ ਬਿਲਕੁਲ ਸਹੀ ਹੈ। 87 ਆ, ਮਾਰਗਰੀ ਲਿਵਸ ਇਨ ਅ ਮੇਨ ਵੇਅਰ ਦੇ ਹੈਵ ਲੌਂਗ ਕੋਲਡ ਵਿੰਟਰ, ਸੋ ਸ਼ੀ ਵਾਂਟਸ ਟੂ ਮੇਕ ਅ ਫਾਇਰ ਵਿਲ ਨਾਟ ਬਰਨ ਆਊਟ ਈਜ਼ਲੀ, ਵਿਚ ਟਾਈਪ ਆਫ ਫਾਇਰਵੁੱਡ ਸ਼ੁੱਡ ਮਰਜਰੀ ਯੂਜ਼ ਟੂ ਮੇਕ ਹਰ ਫਾਇਰ। ਸੋ 3 ਆਪਸ਼ਨ ਦਿੱਤੀਆਂ ਨੇ, ਇਹਦਾ ਆਂਸਰ ਵੀ ਡੀ ਆਪਸ਼ਨ ਆ ਬਿਲਕੁਲ ਸਹੀ, ਤਿੰਨੇ ਆਪਸ਼ਨਾਂ ਸਹੀ ਨੇ, ਓਕ, ਵਾਲਨਟ ਔਰ ਮੈਡਰੋਨ। 88 ਆ ਜੀ, ਇਨ ਪੈਰਾਗ੍ਰਾਫ 3.5 ਦਾ ਆਥਰ ਡਿਸਕਸ disadvantages of both and hardwood. Based on its use in passage, it can be understood that the word disadvantage belong to which of the following group? So D ਇਹਦਾ ਵੀ ਆਪਸ਼ਨ ਬਿਲਕੁਲ ਸਹੀ ਹੈ। ਡਰਾਬੈਕ, ਨੈਗੇਟਿਵ ਔਰ ਲੌਸਿਸ, ਇਹਨਾਂ ਸਾਰਿਆਂ ਦਾ ਮਤਲਬ ਕੀ ਆ? ਡਿਸਐਡਵਾਂਟੇਜ ਹੀ ਹੈ ਇੱਕ ਤਰ੍ਹਾਂ ਦਾ, ਠੀਕ ਹੈ। ਸੋ 89 ਹੈ, ਇਨ ਦਾ ਫਾਈਨਲ ਸੈਂਟੈਂਸ ਆਫ ਦਾ ਪੈਸੇਜ ਦਾ ਆਥਰ ਰਾਈਟ ਇਨਸ਼ੋਰ ਦੈਟ ਦਾ ਵੁੱਡ ਇਜ਼ ਕੰਪਲੀਟਲੀ ਡਰਾਈ। ਸੋ ਇਹਦਾ ਜਿਹੜਾ ਆਨਸਰ ਹੈ ਉਹ ਹੈ ਜੀ ਆਪਸ਼ਨ ਨੰਬਰ C, give a reason। ਔਰ ਲਾਸਟ ਜਿਹੜਾ ਕੁਐਸਚਨ ਆ ਕਿ ਐਜ਼ ਯੂਜ਼ਡ ਇਨ ਪੈਰਾਗ੍ਰਾਫ 1 ਦਾ ਵਰਡ ਕੰਸੀਡਰ ਮੋਸਟ ਨੀਅਰ ਬੀ ਮੀਨਸ। ਸੋ ਡੀ ਆਪਸ਼ਨ ਬਿਲਕੁਲ ਇਹਦਾ ਸਹੀ ਜਵਾਬ ਆ, ਥਿੰਕ ਕੇਅਰਫੁਲੀ ਅਬਾਊਟ, ਠੀਕ ਹੈ। ਸੋ ਇਹ ਸੀਗੀਆਂ ਐਕਸਪੈਕਟਿਡ ਆਨਸਰ ਕੀਜ਼, ਠੀਕ ਹੈ। ਸੋ ਜਿਵੇਂ ਇਹਦੇ ਵਿੱਚ ਆਪਾਂ ਦੇਖਿਆ 3-4 ਕੁਐਸਚਨਸ ਨੇ ਜਿਹਦੇ ਵਿੱਚ ਸਾਨੂੰ 2-2 ਆਪਸ਼ਨਾਂ ਨੇ, ਥੋੜ੍ਹੀ ਜਿਹੀ 'ਚ ਕਨਫਿਊਜ਼ਨ ਹੈ, ਠੀਕ ਹੈ। ਸੋ ਆਪਾਂ ਕੋਸ਼ਿਸ਼ ਕਰਾਂਗੇ, ਅਗਰ ਦੇਖਿਆ ਜਾਵੇ ਤਾਂ ਆਪਾਂ ਇਹਦੇ ਵਿੱਚੋਂ 25 ਕੁਐਸਚਨ ਜਿਹੜੇ ਉਹ ਬਿਲਕੁਲ ਆਪਾਂ ਸਹੀ ਨੇ ਇਹਦੇ ਵਿੱਚੋਂ, ਠੀਕ ਹੈ। ਉਹਦੇ ਅਕੋਰਡਿੰਗ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਡੇ ਕਿੰਨੇ ਜਿਹੜੇ ਇਹਦੇ ਵਿੱਚੋਂ ਮਾਰਕਸ ਬਣ ਰਹੇ ਨੇ, ਠੀਕ ਹੈ। ਜਿਵੇਂ ਕਿ ਪਹਿਲਾਂ ਵੀਡੀਓਜ਼ ਮੈਂ ਇੰਗਲਿਸ਼ ਔਰ ਪੰਜਾਬੀ ਦੀਆਂ ਵੀ ਕੀਤੀਆਂ, ਉਹਦੇ ਵਿੱਚ ਵੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਡੇ ਕਿੰਨੇ ਮਾਰਕਸ ਇਹਨਾਂ ਤਿੰਨਾਂ ਦੇ ਵਿੱਚੋਂ ਬਣਦੇ ਨੇ, ਠੀਕ ਹੈ। ਸੋ ਉਮੀਦ ਹੈ ਸਾਰਿਆਂ ਦਾ ਪੇਪਰ, ਜਿਨ੍ਹਾਂ ਨੇ ਮਿਹਨਤ ਕੀਤੀ ਉਹਨਾਂ ਦਾ ਪੇਪਰ ਕਲੀਅਰ ਹੋਵੇ, ਠੀਕ ਹੈ। ਜਿਨ੍ਹਾਂ ਨੇ ਸਮਾਰਟਲੀ ਵੀ ਤਿਆਰੀ ਕੀਤੀ ਉਹਨਾਂ ਦਾ ਵੀ ਪੇਪਰ ਜਿਹੜਾ ਕਲੀਅਰ ਹੋਵੇ। ਸੋ ਵੀਡੀਓ ਦੇ ਅਖੀਰ ਤੱਕ ਬਣੇ ਰਹਿਣ ਤੁਹਾਡੇ ਸਾਰਿਆਂ ਦਾ ਧੰਨਵਾਦ। ਸਤਿ ਸ਼੍ਰੀ ਅਕਾਲ।